नमस्कार दोस्तों, मैं सोमराज कलोत्रा चैनल A to Z तक ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਦਤਾਰਪੁਰ ਦੇ ਇੱਕ ਛੋਟੇ ਜਿਹੇ ਬ੍ਰਾਂਚ ਕਹਿ ਲਓ ਜਾਂ ਛੋਟੇ ਪਿੰਡ ਨਗਰ ਵਿੱਚ ਮੌਜੂਦ ਹਾਂ ਤੇ ਅੱਜ ਅਸੀਂ ਬਹੁਤ ਹੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਸਾਡੇ ਨਾਲ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੋ ਰਾਈਟਰ ਜਿਨ੍ਹਾਂ ਵਿੱਚੋਂ ਇੱਕ ਜੈਲੀ ਗੇਰਾ ਜੀ ਤੇ ਇੱਕ ਦੀਪਕ ਭਾਟੀਆ ਜੀ, ਜਿਨ੍ਹਾਂ ਦੀਆਂ ਅਲੱਗ-ਅਲੱਗ ਰਚਨਾਵਾਂ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਤੇ ਆਮ ਤੌਰ ਤੇ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਮੇਰੀ ਕੋਸ਼ਿਸ਼ ਹੈ ਕਿ ਅੱਜ ਦਰਸ਼ਕਾਂ ਦੇ ਰੂਬਰੂ ਕਰੀਏ। ਪਲੀਜ਼ ਕਮ ਹੇਅਰ ਮਿਸਟਰ ਜੈਲੀ ਗੇਰਾ ਐਂਡ ਦੀਪਕ ਭਾਟੀਆ ਜੀ। ਨਮਸਕਾਰ ਦੋਸਤ। ਨਮਸਕਾਰ ਸਰ। ਨਮਸਕਾਰ ਸਰ। ਤੇ ਜੈਲੀ ਭਾਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਆਪਣਾ ਜੋ ਅਸਲੀ ਪ੍ਰੋਫੈਸ਼ਨ ਕੀ ਹੈ ਤੇ ਇੱਧਰ ਪਾਸੇ ਕਿੱਦਾਂ ਫਸ ਗਏ? ਕਲੋਤਰਾ ਸਾਹਿਬ, ਮੈਂ ਸਭ ਤੋਂ ਪਹਿਲਾਂ ਆਪਣਾ ਪ੍ਰੋਫੈਸ਼ਨ ਜਾਂ ਆਪਣੀ ਲਾਈਫ ਬਾਰੇ ਦੱਸਣ ਤੋਂ ਪਹਿਲਾਂ ਇੱਕ ਗੱਲ ਕਹਾਂਗਾ ਕਿ ਮੈਂ ਤਹਿ ਦਿਲੋਂ ਧੰਨਵਾਦ ਹਾਂ ਤੁਹਾਡੇ ਚੈਨਲ A to Z ਦਾ, ਜਿਨ੍ਹਾਂ ਦੀ ਪੂਰੀ ਟੀਮ ਨੇ ਸਾਨੂੰ ਅੱਜ ਇਹ ਮੌਕਾ ਦਿੱਤਾ ਕਿ ਸਾਨੂੰ ਲੋਕਾਂ ਦੇ ਰੂਬਰੂ ਕੀਤਾ। ਇਸ ਲਈ ਤੁਹਾਡਾ ਬਹੁਤ ਧੰਨਵਾਦ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ। ਸੋ ਜਿੱਥੇ ਤੱਕ ਸਵਾਲ ਹੈਗਾ, ਤੁਸੀਂ ਪੁੱਛਿਆ ਕਿ ਮੇਰਾ ਪ੍ਰੋਫੈਸ਼ਨ ਕੀ ਹੈਗਾ। ਮੈਂ ਕਿੱਤੇ ਵੱਲੋਂ ਮੁੱਢਲੇ ਤੌਰ ਤੇ ਇੱਕ ਜ਼ਿਮੀਂਦਾਰ ਹਾਂ, ਖੇਤੀ ਨਾਲ ਜੁੜਿਆ ਪਰਿਵਾਰ ਹੈ, ਉਸ ਪਰਿਵਾਰ ਦਾ ਇੱਕ ਮੈਂਬਰ ਹਾਂ। ਪਰ ਅੱਜ ਦੇ ਮੌਜੂਦਾ ਹਾਲਾਤ ਵਿੱਚ, ਮੌਜੂਦਾ ਦੌਰ ਵਿੱਚ ਮੈਂ ਇੱਕ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਿਹਾ। ਮੇਰਾ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਡਾਲੋਵਾਲ ਹੈ, ਜਿੱਥੇ ਕਿ ਮੈਂ ਬੱਚਿਆਂ ਨੂੰ ਪੜ੍ਹਾਉਣਾ ਜਾਂ ਉਹਨਾਂ ਦੀ ਜੋ ਵੀ ਭਵਿੱਖ ਲਈ ਜੋ ਵੀ ਸਾਡੀਆਂ ਐਫਰਟਸ ਹੋ ਸਕਦੀਆਂ ਮੈਂ ਕਰਦੇ ਹੈਗੇ ਹਾਂ। ਸੋ ਉਹ ਅੱਜ ਦੀ ਮੌਜੂਦਾ ਤਰੀਕ ਵਿੱਚ ਮੇਰੀ ਰੋਜੀ ਰੋਟੀ ਵੀ ਹੈਗੀ ਆ, ਮੇਰਾ ਪ੍ਰੋਫੈਸ਼ਨ ਵੀ ਹੈਗਾ, ਮੇਰਾ ਸ਼ੌਂਕ ਵੀ ਹੈਗਾ ਤੇ ਮੇਰਾ ਪੈਸ਼ਨ ਵੀ ਹੈਗਾ। ਸੋ ਚਾਹੇ ਮੈਂ ਮੁੱਢਲੇ ਰੂਪ ਵਿੱਚ ਜ਼ਿਮੀਂਦਾਰ ਹਾਂ, ਖੇਤੀਆਂ ਜੁੜਿਆ ਹੈਗਾ, ਪਰ ਮੌਜੂਦਾ ਦੌਰ ਵਿੱਚ ਮੈਂ ਇੱਕ ਅਧਿਆਪਕ ਦੇ ਤੌਰ ਤੇ ਵਿਚਰ ਰਿਹਾ। ਸਾਡੇ ਨਾਲ ਇੱਕ ਹੋਰ ਅਧਿਆਪਕ ਤੇ ਰਾਈਟਰ ਦੀਪਕ ਭਾਟੀਆ ਜੀ ਵੀ ਮੌਜੂਦ ਹੈ, ਜਿਨ੍ਹਾਂ ਦੀਆਂ ਵੀ ਕਵਿਤਾਵਾਂ ਆਮ ਤੌਰ ਤੇ ਤੁਸੀਂ ਸੱਚੀ ਗੱਲ ਅਤੇ ਹੋਰ ਕਈ ਅਖਬਾਰਾਂ ਵਿੱਚ ਆਮ ਤੌਰ ਤੇ ਪੜ੍ਹਦੇ ਰਹਿੰਦੇ ਹੋ। ਤੇ ਜੇ ਕਹਿੰਦੇ ਹੁੰਦੇ ਕਿਸੇ ਨੇ ਛੋਟੀ ਜਿਹੀ ਗੱਲ ਬੜੇ ਤਰੀਕੇ ਨਾਲ ਕਹਿਣੀ ਹੋਏ ਤੇ ਇਹਨਾਂ ਕੋਲ ਕੁਝ ਸਿੱਖੇ। ਸੋ ਦੀਪਕ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ। ਅੱਛਾ ਦੀਪਕ ਸਰ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਟੀਚਰ ਤੁਸੀਂ ਹੈਗੇ ਜੀ ਠੀਕ ਹੈ, ਜੀ। ਇਹ ਰਾਈਟਰ ਵਾਲੇ ਪਾਸੇ ਝੁਕਾਵ ਕਿਵੇਂ ਹੋਇਆ? ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੋ ਤੁਸੀਂ ਮੈਨੂੰ ਆਪਣੇ ਚੈਨਲ ਦੇ ਦੁਆਰਾ ਆਪਦੇ ਸਰੋਤਿਆਂ ਨਾਲ ਰੂਬਰੂ ਕੀਤਾ ਤੇ A to Z ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ, ਜੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸੁਣ ਰਹੇ ਆ। ਤੇ ਹੁਣੀ ਸਰ ਤੁਸੀਂ ਕੁਐਸਚਨ ਕੀਤਾ ਹੈ ਕਿ ਮੈਂ ਇਸ ਪਾਸੇ ਨੂੰ ਕਿਵੇਂ ਨਿਕਲਿਆ, ਤੇ ਮੇਰੇ ਹਿਸਾਬ ਦੇ ਨਾਲ ਜਦੋਂ ਇੱਕ ਅਧਿਆਪਕ ਆਪਦੇ ਬੱਚਿਆਂ ਨੂੰ ਤਿਆਰ ਕਰਦਾ ਹੈ, ਆਪਦੇ ਬੱਚਿਆਂ ਦੇ ਨਾਲ ਗੱਲਬਾਤ ਕਰਦਾ ਹੈ, ਤੇ ਉਹ ਓਬਵੀਅਸਲੀ ਮਤਲਬ ਅਗਾਂਹ ਵਧੂ ਸੋਚ ਨੂੰ ਰੱਖਦਾ ਆ। ਤੇ ਅਗਾਂਹ ਵਧੂ ਸੋਚ ਨੂੰ ਜਦੋਂ ਆਪਾਂ ਅੱਗੇ ਨੂੰ ਲੈ ਕੇ ਤੁਰਨਾ ਆ, ਅਗਾਂਹ ਵਧੂ ਸੋਚ ਨੂੰ ਰੱਖਣਾ ਹੈ, ਤੇ ਆਪਾਂ ਨੂੰ ਕਲਮ ਚੁੱਕਣੀ ਹੀ ਪੈਣੀ ਹੈ। ਸੋ ਇੱਥੋਂ ਜਿਹੜੀ ਆ ਉਹ ਪਹਿਲਾ ਸਫ਼ਰ ਸ਼ੁਰੂ ਹੁੰਦਾ ਹੈ। ਸਕੂਲਿੰਗ ਦੇ ਨਾਲ ਨਾਲ ਹੀ ਮੇਰਾ ਪਹਿਲਾ ਸਫ਼ਰ ਸ਼ੁਰੂ ਹੁੰਦਾ ਹੈ, ਜੋ ਮੈਂ ਸਾਹਿਤ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ। ਅਤੇ ਸਾਹਿਤ ਨੂੰ ਜਦੋਂ ਪੜ੍ਹਦੇ ਹਾਂ ਤਾਂ ਓਬਵੀਅਸਲੀ ਆਪਾਂ ਫਿਰ ਕੁਛ ਨਾ ਕੁਛ ਲਿਖਦੇ ਹਾਂ ਜਾਂ ਕੁਛ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਸ ਕੋਸ਼ਿਸ਼ ਨੂੰ ਕਰਦੇ ਪਤਾ ਨਹੀਂ ਕਦੋਂ ਕਿ ਉਹ ਸ਼ਬਦ ਇੱਕ ਕਵਿਤਾ ਦਾ ਰੂਪ ਲੈ ਗਏ ਅਤੇ ਹੁਣ ਮੈਂ ਤੁਹਾਡੇ ਸਾਹਮਣੇ ਆ ਜਿਵੇਂ ਵੀ ਹਾਂ। ਅਤੇ ਇਸ ਤਰ੍ਹਾਂ ਮੈਨੂੰ ਇੱਕ ਇਹ ਵੀ ਪਾਸਾ ਮਿਲਿਆ ਜੀ ਸਰ। ਅੱਛਾ ਜੈਲੀ ਭਾਜੀ, ਇਹ ਟੀਚਰ ਤੁਸੀਂ ਹੈਗੇ ਆ, ਜ਼ਿਮੀਂਦਾਰ ਵੀ ਤੁਸੀਂ ਕਿਹਾ ਹੈਗੇ ਆ, ਪਰ ਮੈਨੂੰ ਇੱਕ ਗੱਲ ਦੱਸੋ, ਜਿਹੜਾ ਤੁਹਾਡਾ ਬਚਪਨ ਹੈ, ਮੈਨੂੰ ਪਤਾ ਤੁਸੀਂ ਬਹੁਤ ਜੱਦੋ-ਜਹਿਦ ਨਾਲ ਪੜ੍ਹਾਈ ਵੀ ਕੀਤੀ, ਬਹੁਤ ਮੁਸ਼ਕਿਲਾਂ ਵੀ ਆਈਆਂ ਹੈ ਨਾ, ਅਤੇ ਇਹਨਾਂ ਸਭ ਕੁਝ ਤੁਹਾਡੇ ਹੋਣ ਦੇ ਬਾਵਜੂਦ ਤੁਸੀਂ ਮਤਲਬ ਕਾਫੀ ਸਫਲਤਾ ਦੀ ਉਚਾਈਆਂ ਤੱਕ ਪਹੁੰਚੇ। ਅਤੇ ਮੈਨੂੰ ਇਹ ਦੱਸੋ ਵੀ ਜਿਹੜੀ ਅੱਛਾ ਜੈਲੀ ਭਾਜੀ, ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਜਿਹੜੀ ਪਹਿਲੀ ਰਚਨਾ ਕਿਹਦੇ ਬਾਰੇ ਸੀ ਤੇ ਕਿੱਦਾਂ ਲਿਖੋਗੀ? ਕੋਈ ਗਰਲਫਰੈਂਡ ਨੂੰ ਦੇਖ ਕੇ ਲਿਖੋਈ ਜਾਂ ਫਿਰ ਕਿਸੇ ਸਮਾਜਿਕ ਮੁੱਦੇ ਨੂੰ ਲੈ ਕੇ ਲਿਖੋਈ? ਮਤਲਬ ਮੇਰੇ ਕਹਿਣ ਦਾ ਮਤਲਬ ਹੈ, ਪਹਿਲੀ ਰਚਨਾ ਤੁਹਾਡੀ ਕਿੱਥੇ ਪ੍ਰਿੰਟ ਹੋਈ ਤੇ ਜਿਹਨੂੰ ਤੁਸੀਂ ਆਪਣੀ ਪਹਿਲੀ ਰਚਨਾ ਮੰਨਦੇ ਹੋ ਕਿ ਵਾਕਈ ਮੈਂ ਕੁਝ ਲਿਖਿਆ? ਮੇਰੇ ਕਲੋਤਰਾ ਸਾਹਿਬ, ਸਭ ਤੋਂ ਪਹਿਲਾਂ ਹੈਗਾ ਕਿ ਜਿਵੇਂ ਕਿ ਭਾਟੀਆ ਸਾਹਿਬ ਨੇ ਦੱਸਿਆ ਹੈਗਾ ਕਿ ਮੇਨ ਹੈਗਾ ਸਾਡਾ ਸਕੂਲ ਦੇ ਵਿੱਚ ਅਧਿਆਪਕ, ਖਾਸ ਕਰ ਭਾਸ਼ਾ ਨਾਲ ਰਿਲੇਟਡ ਅਧਿਆਪਕ ਜਿਹੜੇ ਹੈਗੇ ਆ, ਉਹ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਹੈਗੇ ਆ।
ਸੋ ਥੋੜ੍ਹਾ ਸਾਹਿਤ ਪੜ੍ਹਨ ਦਾ ਇੰਟਰਸਟ ਜਾਂ ਦਿਲਚਸਪੀ ਪਹਿਲਾਂ ਸ਼ੁਰੂ ਤੋਂ ਸੀਗੀ। ਸੋ ਉਸ ਤੋਂ ਬਾਅਦ ਸਪੀਕਰਾਂ ਦੇ ਗਾਣੇ ਸੁਣਨੇ ਜਾਂ ਵਿਆਹ ਸ਼ਾਦੀਆਂ ਦੇ ਗਾਣੇ ਸੁਣਨੇ, ਉਹ ਸਾਰਾ ਕੁਛ ਜੋ ਇੱਕ ਬਾਲ ਮਨ 'ਤੇ ਅਸਰ ਕਰਦਾ ਰਿਹਾ। ਸੋ ਮੇਰੀ ਸਭ ਤੋਂ ਪਹਿਲਾਂ ਜੋ ਰਚਨਾ ਮੈਂ ਸ਼ਾਇਦ ਮੇਰੇ ਚੇਤੇ 'ਚ ਹੈਗੀ ਆ, ਉਹ ਸੀਗੀ ਲੌਂਗ ਬੁਰਜੀਆਂ ਵਾਲਾ ਇੱਕ ਗਾਣਾ ਸੀਗਾ, ਗੀਤ ਸੀਗਾ, ਜਿਹੜਾ ਕਿ ਬਾਈ ਚਾਂਸ ਮਾੜੀ ਕਿਸਮਤ ਜਾਂ ਸਮਝ ਲਓ ਕਿ ਹਾਲਾਤਾਂ ਇੱਦਾਂ ਕਿ ਮੈਂ ਤੋਂ ਗੁੰਮ ਹੋ ਗਿਆ, ਜਿਹਦਾ ਨਾਂ ਛਪ ਸਕਿਆ, ਨਾ ਸ਼ਾਇਦ ਮੁੜ ਕੇ ਲਿਖਿਆ ਜਾਵੇ ਉੱਧਰ। ਉਸ ਤੋਂ ਬਾਅਦ ਸਭ ਤੋਂ ਵੱਧ ਇਹ ਚੀਜ਼ਾਂ ਹੈਗੀਆਂ ਮੈਨੂੰ ਜਿਹਨਾਂ ਨੇ ਪ੍ਰਭਾਵਿਤ ਕੀਤਾ, ਉਹ ਹੈਗਾ ਸਮਾਜਿਕ ਮੁੱਦੇ ਜਾਂ ਸਾਡੀ ਆਪਣੀਆਂ ਆਰਥਿਕ ਤੰਗੀਆਂ, ਕਿਉਂਕਿ ਮੇਰਾ ਜੀਵਨ ਜਿਹੜਾ ਹੈਗਾ ਉਹ ਇੱਕ ਕਿਸਾਨੀ ਪਰਿਵਾਰ ਦੇ ਨਾਲ ਰਿਲੇਟਡ ਹੈਗਾ, ਅਤੇ ਉਸ ਦੇ ਵਿੱਚ ਜੋ ਤੰਗੀਆਂ ਤੋਰਸ਼ੀਆਂ ਆਉਂਦੀਆਂ, ਮੁਸ਼ਕਲਾਂ ਆਉਂਦੀਆਂ, ਜੋ ਵੀ ਦਰਪੇਸ਼ ਸਾਨੂੰ ਸਮੱਸਿਆਵਾਂ ਆਉਂਦੀਆਂ, ਉਹਨਾਂ 'ਤੇ ਹੀ ਆਧਾਰਿਤ ਸੀ। ਸੋ ਮੇਰੀ ਸਭ ਤੋਂ ਪਹਿਲੀ ਰਚਨਾ ਜਿਹੜੀ ਹੈਗੀ ਹੈ ਸੱਚੀ ਗੱਲ ਅਖਬਾਰ ਦੇ ਵਿੱਚ, ਜਿਹੜੇ ਕਿ ਸ਼੍ਰੀ ਸੰਜੀਵ ਮੋਹਨ ਡਾਵਰ ਜੀ ਉਸ ਅਖਬਾਰ ਨੂੰ ਆਪਰੇਟ ਕਰਦੇ ਹੈਗੇ ਆ ਦਸੂਹਾ ਤੋਂ, ਉਹਦੇ ਛਪੀ ਜਿਹਦਾ ਟਾਈਟਲ ਸੀਗਾ ਭਰੋਸਾ ਉੱਠ ਹੀ ਜਾਂਦਾ ਹੈ। ਸੋ ਉਹਨਾਂ ਲੋਕਾਂ ਬਾਰੇ ਸੀ ਜੋ ਸਾਡੇ ਨਾਲ ਤੁਰੇ ਤਾਂ ਹੁੰਦੇ ਹੈ, ਬਟ ਸਾਡੀ ਪਿੱਠ ਪਿੱਛੇ ਸਾਡੀ ਬੁਰਾਈ ਕਰਦੇ, ਸਾਡੀਆਂ ਲੱਤਾਂ ਖਿੱਚਦੇ, ਲੈਗ ਪੁਲਿੰਗ ਕਰਦੇ ਆ ਜਾਂ ਸਾਡਾ ਨੁਕਸਾਨ ਕਰਦੇ ਆ, ਯਾਨੀ ਕਿ ਦੋਹਰੇ ਕਿਰਦਾਰ ਵਾਲੇ ਲੋਕਾਂ ਦੇ ਬਾਰੇ ਗੱਲ ਸੀਗੀ। ਸੋ ਉਸ ਤੋਂ ਬਾਅਦ ਮੇਰੀ ਉਸੇ ਅਖਬਾਰ ਸੱਚੀ ਗੱਲ ਅਖਬਾਰ ਵਿੱਚ ਇੱਕ ਜਿਹੜੀ ਜਿਸ ਨੇ ਮੇਰਾ ਨਾਮ ਬਣਿਆ, ਉਹ ਸੀਗੀ ਰੁੱਖ ਮੇਰੇ ਖੇਤਾਂ ਦੇ। ਉਹ ਜਿਹੜਾ ਸਾਡੇ ਕਿਉਂਕਿ ਖੇਤੀ ਨਾਲ ਜੁੜੇ ਹੁੰਦੇ ਹੈਗੇ ਆ, ਖੇਤੀ ਨਾਲ ਜੁੜੇ ਸੀਗੇ, ਤਾਂ ਜੋ ਵੀ ਖੇਤਾਂ ਬੰਨਾ ਵੱਟਾਂ ਬੰਨਿਆਂ ਦੇ ਦੇਖਣਾ, ਜੋ ਉਹਨਾਂ ਦੇ ਵਿੱਚ ਖੂਬਸੂਰਤੀ ਦੇਖਣੀ, ਉਹਨਾਂ ਦੇ ਵਿੱਚ ਦੇਖਣਾ। ਸੋ ਅਚਾਨਕ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ ਕਿ ਖੇਤ ਵਿੱਚ ਮੇਰੇ ਖੇਤ ਵਿੱਚ ਹੀ ਰੁੱਖ ਸੀਗੇ, ਬਿਲਕੁਲ ਇੱਦਾਂ ਲੱਗਿਆ ਕਿ ਸ਼ਾਮ ਦੇ ਵੇਲੇ ਸੀ, ਅਡੋਲ ਖੜੇ ਸੀਗੇ। ਮੈਨੂੰ ਤਾਂ ਲੱਗਿਆ ਕਿ ਉਹਨਾਂ 'ਚ ਕੋਈ ਰੂਹਾਨੀ ਤਾਕਤ ਮੈਨੂੰ ਵੇਵਸ ਭੇਜ ਰਹੀ ਹੈ, ਤਰੰਗਾਂ ਭੇਜ ਰਹੀ, ਜਾਂ ਮਹਿਸੂਸ ਹੋ ਰਿਹਾ ਕਿ ਕੋਈ ਉਹ ਬੋਲ ਰਹੇ, ਮੈਨੂੰ ਕੁਛ ਬੋਲ ਰਹੇ ਹੈਗੇ। ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਸਾਧੂ ਹੈਗੇ ਆ, ਸ਼ਾਂਤ ਹੈਗੇ ਆ, ਰੂਹਾਨੀ ਹੈਗੇ ਆ। ਸੋ ਉਹ ਕਵਿਤਾ ਜਿਹੜੀ ਹੈਗੀ ਆ, ਜਿਹਨੇ ਥੋੜ੍ਹਾ ਮੇਰਾ ਲੋਕਾਂ ਵਿੱਚ ਸਰਕਲ ਬਣਾਇਆ, ਲੋਕਾਂ ਵਿੱਚ ਨਾਮ ਬਣਿਆ। ਸੋ ਉਹ ਕਵਿਤਾ ਜਿਹੜੀ ਹੈਗੀ ਮੇਰੀ ਸੱਚੀ ਗੱਲ ਅਖਬਾਰ ਵਿੱਚ ਛਪੀ ਹੈਗੀ ਹੈ। ਸੋ ਸੱਚੀ ਗੱਲ ਦੀ ਪੂਰੀ ਟੀਮ, ਤੁਹਾਡਾ ਸੋਮਰਾ ਕਲੋਤਰਾ ਜੀ ਔਰ ਡਾਵਰ ਸਾਹਿਬ, ਨਵਦੀਪ ਗੌਤਮ, ਸੱਚੀ ਗੱਲ ਦੀ ਪੂਰੀ ਟੀਮ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਲੋਕਾਂ ਸਾਹਮਣੇ ਲਿਆਂਦਾ, ਅਤੇ ਅੱਜ ਜੋ ਵੀ ਤੁਹਾਡੇ ਸਾਹਮਣੇ ਹੈਗਾ ਆ ਉਸ ਅਖਬਾਰ ਦੀ ਬਦੌਲਤ ਹੈਗਾ। ਉਸ ਤੋਂ ਬਾਅਦ ਮੈਂ ਅੱਗੇ ਰਸਾਲਿਆਂ ਵਿੱਚ ਕਾਫੀ ਜਿੰਨਾ ਮੌਕੇ ਮਿਲੇ ਹੈਗੇ ਆ। ਸੋ ਉਹ ਮੇਰੀ ਪਹਿਲੀਆਂ 2 ਰਚਨਾਵਾਂ ਜਿਹੜੀਆਂ ਹੈਗੀਆਂ ਮੇਰੇ ਚੇਤਿਆਂ ਵਿੱਚ ਹੈਗੀਆਂ। ਅੱਛਾ ਦੀਪਕ ਸਰ, ਆਪਾਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਹਾਡੀ ਪਹਿਲੀ ਰਚਨਾ ਕਿੱਥੇ ਛਪੀ, ਅਤੇ ਤੁਹਾਡੇ ਦਿਲ ਦੇ ਸਭ ਤੋਂ ਵੱਧ ਜਿਹੜੀ ਰਚਨਾ ਉਹ ਕਿਹੜੀ ਹੈ, ਜਿਹਨੂੰ ਤੁਸੀਂ ਵਾਕਈ ਕਹਿੰਦੇ ਵੀ ਯਾਰ ਮੈਂ ਸਹੀ ਲਿਖਿਆ, ਕੁਛ ਲਿਖਿਆ, ਵਧੀਆ ਲੱਗਿਆ? ਜੀ। ਜਦੋਂ ਮੈਂ ਆਪਦੀ ਪਹਿਲੀ ਰਚਨਾ ਦੇ ਬਾਰੇ ਵਿੱਚ ਸੋਚਦਾ ਹਾਂ, ਜਾਂ ਬਹੁਤ ਵਿਦਿਆਰਥੀ ਇਸ ਪ੍ਰਸ਼ਨ ਨੂੰ ਕਰਦੇ ਆ ਕਿ ਤੁਹਾਡੀ ਪਹਿਲੀ ਰਚਨਾ ਕਿਹੜੀ ਹੈ, ਜਾਂ ਤੁਸੀਂ ਕਦੋਂ ਤੋਂ ਲਿਖਣਾ ਸ਼ੁਰੂ ਕੀਤਾ, ਅਤੇ ਮੈਂ ਉਹਨਾਂ ਨੂੰ ਸਿਰਫ ਇੱਕੋ ਜਵਾਬ ਦਿੰਦਾ ਹੁੰਦਾ ਆ ਕਿ ਪਹਿਲੀ ਰਚਨਾ ਕਿਸੇ ਰਸਾਲੇ ਲਈ, ਕਿਸੇ ਮੈਗਜ਼ੀਨ ਲਈ ਜਾਂ ਕਿਸੇ ਅਖਬਾਰ ਦੇ ਲਈ ਆਪਾਂ ਸੋਚ ਵਿਚਾਰ ਕੇ ਨਹੀਂ ਲਿਖਦੇ। ਪਹਿਲੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਉਹ ਸਾਡੇ ਦਿਲੋਂ ਦਿਮਾਗ ਦੇ ਉੱਤੇ ਛਪਦੀਆਂ ਆ, ਜਿਹਦੇ ਕਰਕੇ ਸਾਡੇ ਅੰਦਰ ਇਹ ਚੀਜ਼ ਇੱਕ ਮਤਲਬ ਚਿਣਗ ਜਗਦੀ ਹੈ ਕਿ ਹਾਂ ਮੈਨੂੰ ਲਿਖਣ ਦੀ ਆਦਤ ਪੈ ਰਹੀ ਆ, ਜਾਂ ਮੈਂ ਕੁਝ ਲਿਖਣਾ ਚਾਹੁੰਦਾ ਆ, ਜਾਂ ਸਾਨੂੰ ਕਈ ਵਾਰ ਕਈ ਹਾਲਾਤ ਜਿਹੜੇ ਆ ਉਹ ਪ੍ਰੇਰਿਤ ਕਰਦੇ ਆ ਕਿ ਨਹੀਂ ਮੈਨੂੰ ਕੁਝ ਲਿਖਣਾ ਚਾਹੀਦਾ ਹੈ। ਸੋ ਮੇਰੇ ਹਿਸਾਬ ਦੇ ਨਾਲ ਜਿਹੜੀਆਂ ਪਹਿਲੀਆਂ ਮੇਰੀਆਂ ਰਚਨਾਵਾਂ ਆ ਉਹ ਮੇਰੇ ਦਿਲੋਂ ਦਿਮਾਗ ਵਿੱਚ ਹੀ ਛਪੀਆਂ, ਕਿ ਜਿੱਥੇ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਕੁਝ ਹੋਰ ਕਰਨਾ ਚਾਹੀਦਾ, ਹੋਰ ਅਗੇਰੇ ਨੂੰ ਲੰਘਣਾ ਚਾਹੀਦਾ ਆ, ਜਾਂ ਕੁਝ ਹੋਰ ਨਵਾਂ ਪੜ੍ਹਨਾ ਚਾਹੀਦਾ ਆ। ਸੋ ਮੈਂ ਜੇ ਇੱਦਾਂ ਕਹਿਣਾ ਹੋਵੇ ਕਿ ਮੇਰੀ ਕਿਹੜੀ ਇੱਕ ਰਚਨਾ ਜਿਹੜੀ ਉਹ ਪਹਿਲੀ ਰਚਨਾ ਆ ਜਿਹੜੀ ਮੇਰੀ ਪਬਲਿਸ਼ ਹੋਈ ਹੈ, ਅਤੇ ਉਹ ਮੈਂ ਇਸ ਚੀਜ਼ ਦੇ ਬਾਰੇ ਵਿੱਚ ਤਾਂ ਨਹੀਂ ਬੋਲ ਸਕਦਾ, ਬਟ ਹਾਂ ਇਹ ਗੱਲ ਬੋਲ ਸਕਦਾ ਹਾਂ ਕਿ ਜਿਵੇਂ ਸੱਚੀ ਗੱਲ ਦੀ ਟੀਮ ਹੋ ਗਈ ਅਤੇ ਹੋਰ ਬਾਕੀ ਅਖਬਾਰਾਂ, ਰਸਾਲੇ ਹੈ ਨਾ, ਜਿਵੇਂ ਈ ਪੇਪਰ ਹੋ ਗਏ, ਈ ਰਸਾਲੇ ਹੋ ਗਏ ਹੈ ਨਾ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੇਰੀ ਜ਼ਿੰਦਗੀ ਦੇ ਵਿੱਚ, ਮੇਰੇ ਸਾਹਿਤਕ ਸਫ਼ਰ ਦੇ ਵਿੱਚ। ਮੈਂ ਜਿੰਨਾ ਕੁ ਵੀ ਲਿਖ ਰਿਹਾ ਹਾਂ, ਜਿੰਨੇ ਵੀ ਅੱਖਰਾਂ ਦੀ ਘਾੜਤ ਕਰ ਰਿਹਾ ਵਾਂ, ਜਾਂ ਜਿੰਨੇ ਵੀ ਅੱਖਰ ਹੁਣ ਤੱਕ ਘੜ ਰਹੇ ਆ, ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਆ। ਸੋ ਅਜੇ ਤੱਕ ਮੈਂ ਆਪ ਨੂੰ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਸੋਹਣਾ ਲਿਖਦਾ ਹਾਂ, ਪਰ ਹਾਂ ਜਿੰਨਾ ਕੁ ਵੀ ਲਿਖ ਰਿਹਾ ਹਾਂ ਉਹ ਮੇਰੇ ਦੋਸਤ ਹੋ ਗਏ ਜਾਂ ਤੁਸੀਂ ਮੇਰੇ ਆਪਣੇ ਆ। ਸ਼ਾਇਦ ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ, ਇੰਨਾ ਜ਼ਿਆਦਾ ਪਿਆਰ ਕਰਦੇ ਹੋ ਕਿ ਹਾਂ ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਇੰਨੀ ਕੁਆਲਿਟੀ ਨਹੀਂ ਹੈ, ਬਟ ਹਾਂ ਮੈਨੂੰ ਪਿਆਰ ਕਰ ਰਹੇ, ਮੈਨੂੰ ਇਸ ਚੀਜ਼ ਲਈ ਵਰਕ ਕਰਨਾ ਹੈ, ਮੈਂ ਇਸ ਚੀਜ਼ ਲਈ ਹੋਰ ਅਗੇਰੇ ਨੂੰ ਜਾਣਾ ਆ। ਅਤੇ ਉਸ ਦੇ ਨਾਲ ਜੇਕਰ ਆਪਾਂ ਦੇਖੀਏ ਕਿ ਇਸ ਨੂੰ ਆਪਾਂ ਹੋਰ ਅਗੇਰੇ ਕਿਵੇਂ ਲੈ ਕੇ ਜਾਣਾ ਆ, ਉਹ ਸਾਹਿਤ ਦੀ ਗੋਦ ਦੇ ਵਿੱਚ ਬੈਠ ਕੇ ਹੀ ਲੈ ਕੇ ਜਾ ਸਕਦੇ ਹਾਂ। ਸੋ ਬਾਕੀਆਂ ਨੂੰ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਲਿਖਣ ਤੋਂ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਪੜ੍ਹਾਂਗੇ ਨਹੀਂ ਤਾਂ ਅਸੀਂ ਕੁਝ ਵੀ ਲਿਖ ਨਹੀਂ ਸਕਦੇ, ਸਾਡੇ ਅੰਦਰ ਨਵੇਂ ਵਿਚਾਰ ਕਦੇ ਵੀ ਨਹੀਂ ਪੈਦਾ ਹੋ ਸਕਦੇ। ਸੋ ਇਸ ਦੇ ਨਾਲ ਜਿਹੜੀਆਂ ਮੇਰੀਆਂ ਪਹਿਲੀਆਂ ਕੋਸ਼ਿਸ਼ਾਂ ਆ ਉਹ ਮੇਰੇ ਕੋਲ ਅਜੇ ਵੀ ਸਾਂਭੀਆਂ ਤਾਂ ਪਈਆਂ ਆ। ਮਤਲਬ ਮੈਂ ਕਈ ਵਾਰ ਡਰਦਾ ਹੁੰਦਾ ਕਿ ਮੈਂ ਨਹੀਂ ਇਹ ਰਚਨਾਵਾਂ ਜਿਹੜੀਆਂ ਇਹ ਪਬਲਿਸ਼ ਹੋਣ ਲਈ ਨਹੀਂ, ਇਹ ਸਿਰਫ ਮੇਰੇ ਪੜ੍ਹਨ ਦੇ ਲਈ ਬਣੀਆਂ ਆ।
ਤੇ ਉਸ ਤੋਂ ਬਾਅਦ ਹੁਣ ਤੱਕ ਦਾ ਇਹ ਸਫ਼ਰ ਜਾਰੀ ਹੈ। ਉਸ ਤੋਂ ਬਾਅਦ ਜਾਂ ਕੋਈ ਇੱਕ ਰਚਨਾ ਜਿਸ ਦਾ ਨਾਮ ਲੈਣਾ ਹੋਵੇ ਜੋ ਮੇਰੇ ਦਿਲ ਦੇ, ਮੇਰੀ ਲਿਖੀ ਹੋਈ ਰਚਨਾ ਮੇਰੇ ਸਭ ਤੋਂ ਜ਼ਿਆਦਾ ਨੇੜੇ ਹੈ, ਸੋ ਇਹ ਤੇ ਇੱਕ ਮਾਂ ਨੂੰ ਉਹ ਪ੍ਰਸ਼ਨ ਕਰਨ ਵਾਲੀ ਗੱਲ ਹੋ ਗਈ ਕਿ ਤੁਹਾਨੂੰ ਕਿਹੜਾ ਬੱਚਾ ਜ਼ਿਆਦਾ ਪਿਆਰਾ ਹੈ। ਨਹੀਂ ਦੀਪਕ ਸਰ, ਇੱਕ ਤਾਂ ਗੱਲ ਠੀਕ ਹੈ, ਪਰ ਉਹਨਾਂ ਵਿੱਚੋਂ ਕੋਈ ਅਨਮੋਲ ਰਤਨਾਂ ਵਿੱਚੋਂ ਕੋਈ ਰਤਨ ਸਾਡੇ ਦਰਸ਼ਕਾਂ ਸਾਹਮਣੇ ਰੂਬਰੂ ਕੀਤੇ ਜੋ ਤੇ ਜਿਹੜਾ ਤੁਹਾਡੇ ਇੱਕ ਮਤਲਬ ਜੀ, ਮੈਂ ਸਕੂਲ ਦੇ ਪੜ੍ਹਨ ਦੇ ਦੌਰਾਨ ਮੈਂ ਇੱਕ ਕਵਿਤਾ ਲਿਖੀ ਸੀਗੀ ਹੁਣੀ ਥੋੜਾ ਟਾਈਮ ਪਹਿਲਾਂ, ਉਹ ਮੇਰੇ ਦਿਲ ਦੇ ਬਹੁਤ ਕਰੀਬ ਆ ਤੇ ਉਹ ਮੇਰੀ ਫਸਟ ਕਲਾਸ ਦੇ ਬੱਚੇ ਆ, ਉਹਨਾਂ ਨੂੰ ਸਮਰਪਿਤ ਕੀਤੀ ਹੋਈ ਹੈ ਇਹ ਕਵਿਤਾ। ਕਵਿਤਾ ਦਾ ਅਨੁਵਾਨ ਹੈ ਪੜ੍ਹਦੀ ਕੁੜੀਏ। ਸ਼ਬਦਾਂ ਦੀ ਟਕਸਾਲ 'ਚ ਬਹਿ ਕੇ ਅੱਖਰ ਅੱਖਰ ਘੜਦੀ ਕੁੜੀਏ, ਮੈਨੂੰ ਖੂਬ ਪੜ੍ਹਾਉਂਦੀ ਕੁੜੀਏ, ਮੇਰੇ ਕੋਲੋਂ ਪੜ੍ਹਦੀ ਕੁੜੀਏ। 35 ਅੱਖਰੀ ਕੰਠੀ ਕਰਕੇ ਅੱਖਾਂ ਦੇ ਵਿੱਚ ਲਿਸ਼ਕਣ ਭਰ ਕੇ, ਟਿੱਪੀ ਹੋ ਕੇ ਟੱਪਦੀ ਫਿਰਦੀ, ਅੱਧਕ ਹੋ ਕੇ ਅੰਬਰ ਚੜ੍ਹ ਕੇ, ਵਰਨਮਾਲਾ ਦੇ ਸਾਗਰ ਉੱਪਰ ਵਾਂਗ ਬੁਲਬੁਲੇ ਤਰਦੀ ਕੁੜੀਏ, ਮੈਨੂੰ ਖੂਬ ਪੜ੍ਹਾਉਂਦੀ ਕੁੜੀਏ, ਮੇਰੇ ਕੋਲੋਂ ਪੜ੍ਹਦੀ ਕੁੜੀਏ। ਦੀਪਕ ਸਰ ਜੀ, ਇਹ ਰਚਨਾ ਤਾਂ ਬਹੁਤ ਹੀ ਪਿਆਰੀ ਜੋ ਦਿਲ ਨੂੰ ਛੋਈ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਕੋਈ ਹੋਰ ਇੱਕ ਵਧੀਆ ਜਿਹੜੀ ਕਵਿਤਾ ਜਿਹੜੀ ਸਮਾਜ ਨੂੰ ਕੋਈ ਅੱਛੀ ਸੇਧ ਵੀ ਦਿੰਦੀ ਹੈ ਨਾ, ਉਹ ਜੀ ਸਾਡੇ ਜੀ 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 ਜਿਵੇਂ ਸਾਡੇ ਵੱਡੇ ਭਾਜੀ ਜੈਲੀ ਗੇਰਾ ਜੀ ਸਾਡੇ ਨਾਲ ਆ, ਤੇ ਇਹ ਵੀ ਬਾਈ ਪ੍ਰੋਫੈਸ਼ਨ ਅਧਿਆਪਕ ਨੇ, ਤੇ ਮੈਂ ਇੱਕ ਕਵਿਤਾ ਲਿਖੀ ਸੀ ਪੰਜਾਬ ਦਾ ਗੀਤ, ਉਹ ਸੰਪੂਰਨ ਅਧਿਆਪਕਾਂ ਨੂੰ ਸਮਰਪਿਤ ਸੀਗੀ, ਤੇ ਉਹ ਮੈਂ ਚਾਹੁੰਦਾ ਹਾਂ ਕਿ ਮੈਂ ਕੁਝ ਉਹਦੀਆਂ ਸਤਰਾਂ ਤੁਹਾਡੇ ਸਾਹਮਣੇ ਰੱਖਾਂ। ਬਿਲਕੁਲ ਬਿਲਕੁਲ। ਪੰਜਾਬ ਦਾ ਗੀਤ। ਮੈਂ ਅਧਿਆਪਕ ਬੋਲਦਾ, ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਅੰਨੀ ਹੋ ਗਈ ਵਿੱਦਿਆ, ਇੱਥੇ ਗੂੰਗੇ ਬੋਲੇ ਖਾਬ। ਮੈਂ ਅਧਿਆਪਕ ਬੋਲਦਾ। ਸਾਨੂੰ ਐਕਟਾਂ ਦੇ ਵਿੱਚ ਜਕੜਿਆ, ਅਸੀਂ ਕਿਸ ਤੇ ਕਰੀਏ ਮਾਣ। ਸਾਨੂੰ ਐਕਟਾਂ ਦੇ ਵਿੱਚ ਜਕੜਿਆ, ਅਸੀਂ ਕਿਸ ਤੇ ਕਰੀਏ ਮਾਣ। ਪਾਠਕ ਪੜ੍ਹਨਾ ਭੁੱਲ ਗਏ, ਸਾਨੂੰ ਮਾਪੇ ਪੈਂਦੇ ਖਾਣ। ਨਾ ਅੰਗੂਠਾ ਮੰਗਿਆ, ਨਾ ਅੰਗੂਠਾ ਮੰਗਿਆ, ਨਾ ਅਸੀਂ ਮੰਗੀ ਜਾਨ। ਹੱਕ ਜਦੋਂ ਵੀ ਮੰਗੀਏ, ਡਾਂਗਾਂ ਨਾਲ ਪੱਗਾਂ ਢਾਣ। ਲੀਡਰ ਵੋਟਾਂ ਲੈਣ ਲਈ ਵੰਡਦੇ ਖੂਬ ਸ਼ਰਾਬ। ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਸੋ ਇਸ ਤਰ੍ਹਾਂ ਇਹ ਕਵਿਤਾ ਤੁਰਦੀ ਜਾਂਦੀ ਆ ਅਗੇਰੇ ਨੂੰ, ਤੇ ਮੇਰੇ ਦਿਲ ਦੇ ਬਹੁਤ ਕਰੀਬ ਵੀ ਹੈ ਇਹ ਕਵਿਤਾ। ਤੇ ਜਦੋਂ ਕੋਈ ਅਧਿਆਪਕਾਂ ਦੇ ਵਿੱਚ ਜਾਂ ਕੋਈ ਬਹੁਤ ਕਹਿ ਸਕਦੇ ਹਾਂ ਕਿ ਆਪਾਂ ਬੁੱਧੀਜੀਵੀ ਆ ਜਿੱਥੇ ਬੈਠੇ, ਤੇ ਉੱਥੇ ਜਦੋਂ ਮੈਨੂੰ ਕਿਹਾ ਜਾਂਦਾ ਹੈ ਤੇ ਮੈਂ ਜ਼ਿਆਦਾਤਰ ਇਸੇ ਕਵਿਤਾ ਨੂੰ ਪੜ੍ਹਦਾ ਹੁੰਦਾ ਹਾਂ, ਕਿਉਂਕਿ ਇਹ ਕਵਿਤਾ ਮੇਰੇ ਦਿਲ ਦੇ ਬਹੁਤ ਕਰੀਬ ਆ ਜੀ। ਅੱਛਾ ਦੀਪਕ ਸਰ, ਮੈਨੂੰ ਇੱਕ ਗੱਲ ਦੱਸੋ, ਕਵਿਤਾ ਦਾ ਸਿਲਸਿਲਾ ਤਾਂ ਆਪਣਾ ਚੱਲਦਾ ਰਿਹਾ, ਠੀਕ ਹੈ, ਅਗਲੇ ਤੁਹਾਡਾ ਫਿਊਚਰ ਵਿੱਚ ਕੀ ਪਲਾਨ ਹੈ ਵੀ ਕਿਹੋ ਜਿਹੀ ਕਵਿਤਾਵਾਂ ਇਹ ਸਾਡੇ ਦਰਸ਼ਕਾਂ ਦੇ ਰੂਬਰੂ ਕਰੋਗੇ, ਜਾਂ ਜੋ ਸਾਡੇ ਇਸ ਵੇਲੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਜੋ ਮਤਲਬ ਕਾਲੇ ਕਾਨੂੰਨ ਪਾਸ ਕੀਤੇ ਹੈ ਸੈਂਟਰ ਗੌਰਮੈਂਟ ਨੇ, ਉਹਨਾਂ ਬਾਰੇ ਵੀ ਕੋਈ ਤੁਸੀਂ ਮਤਲਬ ਕਵਿਤਾ ਲਿਖੀ ਹੈ, ਜਿਹੜਾ ਸਾਡੇ ਮਤਲਬ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਜੀ ਉਹਨਾਂ ਨਾਲ ਰਿਲੇਟਡ ਕੋਈ ਮੈਟਰ ਤੁਹਾਡੇ ਕੋਲ ਸਲੂਕ ਹੋਵੇ? ਜੀ ਫਿਊਚਰ ਦੇ ਵਿੱਚ ਫਿਊਚਰ ਪਲੈਨਿੰਗ ਨੂੰ ਜਦੋਂ ਮੈਂ ਵੇਖਦਾ ਆ, ਤੇ ਮੇਰੇ ਹਿਸਾਬ ਦੇ ਨਾਲ ਮੈਂ ਕੁਝ ਵੀ ਪਲਾਨ ਕਰਕੇ ਨਹੀਂ ਫਿਲਹਾਲ ਤੇ ਤੁਰਿਆ, ਪਰ ਹਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਕੁਛ ਨਾ ਕੁਛ ਨਵੇਰਾ ਤੇ ਉਸਾਰੂ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਤੇ ਹੋ ਸਕਦਾ ਹੈ ਕਿ ਮੈਂ ਕੋਈ ਅਗਲੇ ਸਾਲ ਦੇ ਤੱਕ ਮੈਂ ਆਪਦੀ ਕੋਈ ਕਿਤਾਬ ਲੈ ਕੇ ਵੀ ਤੁਹਾਡੇ ਸਨਮੁਖ ਹੋਵਾਂ, ਤੇ ਉਹ ਮੇਰੀ ਇੱਕ ਕੋਸ਼ਿਸ਼ ਹੋਏਗੀ। ਸੋ ਇਸ ਦੇ ਨਾਲ ਨਾਲ ਕਵਿਤਾਵਾਂ ਜਿਹੜੀਆਂ ਉਹ ਤੁਰਦੀਆਂ ਰਹਿੰਦੀਆਂ ਆ, ਤੇ ਚੱਲ ਰਹੀਆਂ ਆ ਕਵਿਤਾਵਾਂ, ਤੇ ਬਹੁਤ ਕੁਝ ਲਿਖ ਰਹੇ ਆ ਅਗੇਰੇ ਨੂੰ, ਬਹੁਤ ਕੁਝ ਪੜ੍ਹ ਰਹੇ ਆ। ਵੱਡੀ ਗੱਲ ਹੈ ਕਿ ਅਸੀਂ ਪੜ੍ਹ ਰਹੇ ਹਾਂ, ਤੇ ਕੋਸ਼ਿਸ਼ ਹੈ ਕਿ ਜੇ ਆਪਾਂ ਚੰਗਾ ਪੜ੍ਹਾਂਗੇ ਤੇ ਆਪਾਂ ਚੰਗਾ ਲਿਖਾਂਗੇ। ਸੋ ਇਸ ਦੇ ਨਾਲ ਕਿ ਮੇਰੀ ਫਿਊਚਰ ਦੀ ਮੈਂ ਬਹੁਤ ਵੱਡਾ ਸੋਚ ਕੇ ਨਹੀਂ ਤੁਰਿਆ ਹੋਇਆ ਕਿ ਮੈਂ ਬਹੁਤ ਵੱਡਾ ਜਾਂ ਮੈਂ ਕੁਛ ਇੱਦਾਂ ਦਾ ਨਹੀਂ, ਪਰ ਹਾਂ ਕੁਛ ਇੱਕ ਫਿਲਹਾਲ ਮੈਂ ਕਿਤਾਬ ਦੇ ਉੱਤੇ ਕੰਮ ਕਰ ਰਿਹਾ ਵਾਂ, ਤੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸ਼ਾਇਦ ਜੇ ਮਾਲਕ ਨੇ ਚਾਹਿਆ, ਵਾਹਿਗੁਰੂ ਜੀ ਨੇ ਚਾਹਿਆ, ਤੇ ਤੁਹਾਡੇ ਚੈਨਲ ਦੇ ਥਰੂ ਹੀ ਇਸ ਦੀ ਵੀ ਆਪਾਂ ਗੱਲਬਾਤ ਕਰਾਂਗੇ ਇਸ ਕਿਤਾਬ ਦੇ ਉੱਪਰ ਕਿ ਇਸ ਅੰਦਰ ਕੀ ਮੁੱਦਾ ਹੋਏਗਾ ਜਾਂ ਕਿਹਨਾਂ ਕਵਿਤਾਵਾਂ ਨੂੰ ਰੱਖਿਆ ਜਾਏਗਾ। ਤੇ ਜਿਹੜੀ ਇਸ ਕਿਤਾਬ ਦੇ ਵਿੱਚ ਜਿਹੜੀਆਂ ਹੁਣ ਤੱਕ ਮੈਂ ਵਧੇਰੇ ਕਵਿਤਾਵਾਂ ਲਿਖੀਆਂ ਆ,
ਉਹ ਕਿਰਸਾਨੀ ਜੀਵਨ ਦੇ ਨਾਲ ਸੰਬੰਧਿਤ ਹੈ, ਉਹ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਵਰਕ ਕਰਨ ਵਾਲੇ ਲੋਕ ਆ, ਹੈ ਨਾ, ਜਿਹੜੇ ਮਿਹਨਤਕਸ਼ ਲੋਕ ਆ, ਤੇ ਹਮੇਸ਼ਾ ਮੇਰੀਆਂ ਕਵਿਤਾਵਾਂ ਜਿਹੜੀਆਂ ਆ ਉਹਨਾਂ ਨੂੰ ਸਮਰਪਿਤ ਆ। ਸੋ ਹੁਣ ਤੱਕ ਮੇਰਾ ਜਿਹੜਾ ਸਫ਼ਰ ਆ ਉਹ ਇਸ ਉੱਤੇ ਚੱਲ ਰਿਹਾ ਆ। ਜੀ ਸਰ। ਚਲੀ ਟੀਚਰ ਜੈਲੀ ਗੀਰਾ ਜੀ ਸੁੱਕਾ, ਆਪਾਂ ਅੱਜ ਉਹਨਾਂ ਨੂੰ ਵੀ ਨਹੀਂ ਜਾਣ ਦੇਣਾ, ਉਹਨਾਂ ਤੋਂ ਵੀ ਕੋਈ ਨਾ ਕੋਈ ਕਵਿਤਾ ਸੁਣਨੀ ਆ। ਜੈਲੀ ਭਾਜੀ, ਆਪਣੇ ਮਤਲਬ ਅਨਮੋਲ ਰਤਨਾਂ ਵਿੱਚੋਂ ਇੱਕ ਵਧੀਆ ਰਤਨ ਸਾਨੂੰ ਕਰੋ ਪਲੀਜ਼। ਕਲੋਤਰਾ ਭਾਜੀ, ਕਵਿਤਾਵਾਂ ਜਾਂ ਰਚਨਾਵਾਂ ਹਰ ਰਾਈਟਰ ਦੀਆਂ ਬਰਾਬਰ ਹੀ ਆ, ਰਾਈਟਰ ਸਭ ਤੋਂ ਬਰਾਬਰ ਹੀ ਹੁੰਦੀਆਂ। ਹਾਂ, ਇਹ ਹੈਗਾ ਕੁਛ ਰਚਨਾਵਾਂ ਜਿਹੜੀਆਂ ਹੈਗੀਆਂ ਬੰਦੇ ਨੂੰ ਥੋੜ੍ਹਾ ਟੱਚ ਕਰ ਜਾਂਦੀਆਂ। ਉਹਨਾਂ 'ਚੋਂ ਇੱਕ ਰਚਨਾ ਜਿਹੜੀ ਮੈਨੂੰ ਸ਼ੁਰੂਆਤੀ ਦੌਰ 'ਚ ਲਿਖੀ ਗਈ ਸੀਗੀ, ਉਹ ਹੈਗੀ ਕਿ ਚੰਗਾ ਹੁੰਦਾ ਹੈ। ਉਹਦਾ ਟਾਈਟਲ ਸੀਗਾ ਚੰਗਾ ਹੁੰਦਾ ਹੈ। ਕਹਿੰਦੇ ਕੁਝ ਵੀ ਨਾ ਕਰਨ ਨਾਲੋਂ ਤਾਂ ਕੁਝ ਨਾ ਕੁਝ ਕਰਨਾ ਚੰਗਾ ਹੁੰਦਾ ਹੈ। ਜ਼ੁਲਮ ਸਹਿਣ ਨਾਲੋਂ ਤਾਂ ਜ਼ੁਲਮ ਦੇ ਖਿਲਾਫ ਲੜਨਾ ਚੰਗਾ ਹੁੰਦਾ ਹੈ। ਜ਼ਰੂਰੀ ਨਹੀਂ ਜ਼ਿੰਦਗੀ ਦੀ ਹਰ ਇੱਕ ਬਾਜੀ ਦਾ ਅਖੀਰ ਜਿੱਤ ਹੀ ਹੋਵੇ। ਜ਼ਰੂਰੀ ਨਹੀਂ ਜ਼ਿੰਦਗੀ ਦੀ ਹਰ ਇੱਕ ਬਾਜੀ ਦਾ ਅਖੀਰ ਜਿੱਤ ਵੀ ਹੋਵੇ। ਪਿਆਰ ਦੀ ਬਾਜੀ ਜਿੱਤਣ ਲਈ ਬਹੁਤੀ ਵਾਰੀ ਹਾਰਨਾ ਵੀ ਚੰਗਾ ਹੁੰਦਾ ਹੈ। ਜ਼ਿੰਦਗੀ ਰੁਕਦੀ ਨਹੀਂ ਕਦੇ ਕਿਸੇ ਦੇ ਤੁਰ ਜਾਣ ਤੋਂ ਬਾਅਦ ਵੀ। ਜ਼ਿੰਦਗੀ ਰੁਕਦੀ ਨਹੀਂ ਕਦੇ ਕਿਸੇ ਦੇ ਤੁਰ ਜਾਣ ਤੋਂ ਬਾਅਦ ਵੀ। ਜ਼ਿੰਦਗੀ ਦੇ ਖਾਲੀਪਣ ਨੂੰ ਯਾਦਾਂ ਰਾਹੀਂ ਭਰਨਾ ਵੀ ਚੰਗਾ ਹੁੰਦਾ ਏ। ਹੋਰਾਂ ਦੇ ਕਿਰਦਾਰ ਦੀ ਪੁਣਛਾਣ ਕਰਕੇ ਕੀ ਮਿਲਿਆ ਕਦੇ ਕਿਸੇ ਨੂੰ। ਹੋਰਾਂ ਦੇ ਕਿਰਦਾਰ ਨੂੰ ਛੱਡ ਕੇ ਖੁਦ ਤੇ ਉਂਗਲ ਧਰਨਾ ਚੰਗਾ ਹੁੰਦਾ ਏ। ਹੋਰਾਂ ਦੀ ਕਮੀਆਂ ਨੂੰ ਛੱਡ ਕੇ ਖੁਦ ਤੇ ਉਂਗਲ ਧਰਨਾ ਚੰਗਾ ਹੁੰਦਾ ਏ। ਸਾਡੇ ਹੱਥ ਜੋੜਿਆਂ ਜਦੋਂ ਕਿਸੇ ਨੂੰ ਗੱਲ ਸਮਝ ਹੀ ਨਾ ਆਵੇ। ਸਾਡੇ ਹੱਥ ਜੋੜਿਆਂ ਜਦੋਂ ਕਿਸੇ ਨੂੰ ਗੱਲ ਸਮਝ ਹੀ ਨਾ ਆਵੇ ਤਾਂ ਘਸੋਨੋ ਦੀ ਪੁੜਪੜੀ ਤੇ ਧਰਨਾ ਚੰਗਾ ਹੁੰਦਾ ਏ। ਕੋਈ ਸ਼ੱਕ ਨਹੀਂ ਕਿ ਕਲਮਾਂ 'ਚ ਅਸੀਮ ਸ਼ਕਤੀ ਹੈ ਸਮਾਜਿਕ ਤਬਦੀਲੀ ਦੀ। ਕੋਈ ਸ਼ੱਕ ਨਹੀਂ ਕਿ ਕਲਮਾਂ 'ਚ ਅਸੀਮ ਸ਼ਕਤੀ ਹੈ ਸਮਾਜਿਕ ਤਬਦੀਲੀ ਦੀ। ਫਿਰ ਵੀ ਜੇ ਗੱਲ ਨਾ ਬਣੇ ਤਾਂ ਅਖੀਰ ਨੂੰ ਖੰਡਾ ਫੜਨਾ ਚੰਗਾ ਹੁੰਦਾ ਹੈ। ਅਖੌਤੀ ਕਦਰਾਂ ਕੀਮਤਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਨਾਲੋਂ ਮੌਜੂਦਾ ਜ਼ਿੰਦਗੀ ਲਈ ਨਵਾਂ ਫਲਸਫਾ ਘੜਨਾ ਚੰਗਾ ਹੁੰਦਾ ਹੈ। ਵਧੀਕੀਆਂ ਸਮੇਂ ਦੀਆਂ ਹੋਣ ਜਾਂ ਹਾਲਾਤ ਦੀਆਂ ਜਾਂ ਕਿਸੇ ਹੋਰ ਦੀਆਂ। ਕਲੋਤਰਾ ਸਾਹਿਬ, ਵਧੀਕੀਆਂ ਸਮੇਂ ਦੀਆਂ ਹੋਣ, ਹਾਲਾਤ ਦੀਆਂ ਜਾਂ ਕਿਸੇ ਹੋਰ ਦੀਆਂ, ਪਾਣੀ ਸਿਰ ਤੋਂ ਲੰਘ ਜਾਵੇ ਤਾਂ ਅਖੀਰ ਨੂੰ ਤਰਨਾ ਚੰਗਾ ਹੁੰਦਾ ਹੈ। ਲੋਕਾਂ ਪਿੱਛੇ ਲੱਗ ਕੇ ਟੌਰ ਦਿਖਾਵੇ ਕਰਨੇ ਕੋਈ ਸਿਆਣੀ ਗੱਲ ਨਹੀਂ ਹੁੰਦੀ। ਪੈਸਾ ਜਿੰਨਾ ਵੀ ਹੋਵੇ ਕੋਲੇ, ਪਰ ਖਰਚਾ ਸੰਜਮ ਨਾਲ ਕਰਨਾ ਚੰਗਾ। ਦਰਸ਼ਕਾਂ ਦਾ ਪਿਆਰ ਮਿਲਿਆ, ਤੁਹਾਡਾ ਪਿਆਰ ਮਿਲਿਆ, ਤੁਹਾਡੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਨਚੀਜੇ ਬੰਦੇ ਨੂੰ। ਜੈਲੀ ਸਾਹਿਬ, ਇਸ ਵੇਲੇ ਤੁਹਾਡੀਆਂ ਕਵਿਤਾਵਾਂ ਅਮਰੀਕਾ, ਕੈਨੇਡਾ ਬਹੁਤ ਜਗ੍ਹਾ 'ਤੇ ਚੱਲਦੀਆਂ। ਇੱਕ ਆਪਣਾ ਸਾਹਿਤ ਧਾਰਾ ਪ੍ਰੋਗਰਾਮ ਚੱਲਦਾ, ਉਹਦੇ ਵਿੱਚ ਤੁਸੀਂ ਰੂਬਰੂ ਵੀ ਹੋਏ ਹੋ, ਲਾਈਵ ਹੋਏ ਹੋ। ਸਰਦਾਰ ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੀ ਜੋ ਕਿ ਕਾਫੀ ਪ੍ਰਮੋਟ ਕਰ ਰਹੇ ਆ ਛੋਟੇ ਰਾਈਟਰਾਂ ਨੂੰ। ਬਿਲਕੁਲ ਠੀਕ ਹੈ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਜੋ ਸਾਡੀ ਮਾਂ ਪੰਜਾਬੀ ਬੋਲੀ ਦਾ ਉਹ ਪ੍ਰਚਾਰ ਕਰ ਰਹੇ ਆ। ਠੀਕ ਹੈ, ਤੇ ਇਸ ਕਰਕੇ ਜੈਲੀ ਭਾਜੀ ਉਹਨਾਂ ਦਾ ਵੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੋ ਸਰਦਾਰ ਜੀ ਹੈਗੇ ਆ, ਪਲੀਜ਼। ਸੋ ਮੈਂ ਆਪਣੇ ਸਰਦਾਰ ਸੁਖਵਿੰਦਰ ਬੋਦਲਾਂ ਵਾਲੇ ਜੀ ਜਿਹੜੇ ਹੈਗੇ ਆ, ਉਹ ਸਾਡੇ ਲਈ ਇੱਕ ਬਹੁਤ ਵਧੀਆ ਇੱਕ ਸਾਡੇ ਲਈ ਪਲੇਟਫਾਰਮ ਉਹਨਾਂ ਨੇ ਮੁਹੱਈਆ ਕੀਤਾ। ਕਦੇ ਸੋਚਿਆ ਨਹੀਂ ਸੀਗਾ ਕਿ ਇਹੋ ਜਿਹੇ ਪਲੇਟਫਾਰਮ ਸਾਡੀ ਜ਼ਿੰਦਗੀ 'ਚ ਆਉਣਗੇ। ਸੋ ਮੇਰੀ ਜ਼ਿੰਦਗੀ 'ਚ ਮੈਂ ਤੁਹਾਨੂੰ ਇੱਕ ਮੀਡੀਆ ਹਾਊਸ ਹੀ ਕਹਿੰਦਾ ਹੁੰਦਾ। ਸੋ ਉਹ ਬਹੁਤ ਵਧੀਆ ਇੱਕ ਰਾਈਟਰ ਹੈਗੇ ਆ। ਉਹਨਾਂ ਦੀ ਆਪਣੇ ਬਹੁਤ ਜ਼ਿਆਦਾ ਗਾਣੇ ਰਿਕਾਰਡ ਹੋਏ ਹੈਗੇ, ਬਹੁਤ ਜ਼ਿਆਦਾ ਉਹਨਾਂ ਦਾ ਪਬਲਿਸ਼ ਵਰਕ ਹੈਗਾ ਆ। ਪਰ ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਹੈ ਕਿ ਉਹ ਅਮਰੀਕਾ ਵਰਗੇ ਇੱਕ ਡਿਵੈਲਪ ਕੰਟਰੀ ਵਿੱਚ ਰਹਿੰਦੇ ਹੋਏ ਵੀ ਡਾਊਨ ਟੂ ਅਰਥ ਹੈਗਾ। ਸਾਡੇ ਵਰਗੇ ਛੋਟੇ ਨਵੇਂ ਜੰਗ ਰਾਈਟਰਸ ਨੂੰ ਪ੍ਰਮੋਟ ਕਰ ਰਹੇ ਹੈ। ਸੋ ਉਹਨਾਂ ਦਾ ਮੇਰੇ ਵੱਲੋਂ ਬਹੁਤ ਧੰਨਵਾਦ, ਦਿਲੋਂ ਧੰਨਵਾਦ। ਉਹਨਾਂ ਦੇ ਇੱਕ ਚੈਨਲ ਹੈਗਾ, ਬਹੁਤ ਇੰਟਰਨੈਸ਼ਨਲ ਚੈਨਲ ਹੈਗਾ NRA ਦੇਸੀ TV। ਉਹਦੇ ਵਿੱਚ ਰਾਹੀਂ ਇੱਕ ਪ੍ਰੋਗਰਾਮ ਹਰ ਹਫ਼ਤਾਵਾਰੀ ਪ੍ਰੋਗਰਾਮ ਸ਼ੁਰੂ ਚਲਾਇਆ ਸੀਗਾ, ਸਾਹਿਤ ਧਾਰਾ। ਉਹਦੇ ਵਿੱਚ ਮੇਰੀ ਸਭ ਤੋਂ ਪਹਿਲਾਂ ਜਿਹੜੀ ਕਵਿਤਾ ਲੱਗੀ ਸੀ ਉਹ ਜਣੇ ਖਣੇ ਦਾ ਕੰਮ ਨਹੀਂ। ਸੋ ਉਹ ਕਵਿਤਾ ਜਿਹੜੀ ਹੈਗੀ ਆ, ਪਤਾ ਨਹੀਂ ਪਰਮਾਤਮਾ ਨੇ ਕਿਸ ਟਾਈਮ ਲਿਖਾਈ ਸੀਗੀ, ਜਿਹਦੇ ਨਾਲ ਮੈਨੂੰ ਐਡੀ ਵੱਡੀ ਬਖਸ਼ਿਸ਼ ਮਿਲੀ ਹੈਗੀ ਹੈ ਕਿ ਇੱਕ ਛੋਟੇ ਪਿੰਡ ਤੋਂ ਉੱਠ ਕੇ ਅਮਰੀਕਾ ਜਾਂ ਵਾਸ਼ਿੰਗਟਨ ਸਿਟੀ ਵਿੱਚ ਵੀ ਜਾ ਕੇ ਬੋਲਣ ਦਾ ਮੌਕਾ ਮਿਲਿਆ। ਸੋ ਉਹਨਾਂ ਦਾ ਦਿਲੋਂ ਧੰਨਵਾਦ। ਅਤੇ ਆਪਣੇ ਸੱਚੀ ਗੱਲ ਡਾਬਰ ਸਾਹਿਬ ਦੇ ਤਾਂ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਨਹੀਂ ਆ, ਸਾਡੇ ਵੱਡੇ ਭਰਾ ਹੈਗੇ, ਸਾਡੇ ਮੈਂਟਰ ਹੈਗੇ ਆ ਉਹ। ਸੋ ਉਹਨਾਂ ਵਾਸਤੇ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ
ਡਾਵਰ ਸਾਹਿਬ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਉਹ ਤਾਂ ਬਾ ਕਮਾਲ ਹੈਗੇ ਹੈਗੇ, ਸ਼ਖਸੀਅਤ ਹੈਗੇ ਆ, ਇੱਕ ਅਦਾਰਾ ਹੈਗੇ ਆ, ਖੁਦ ਆਪਣੇ ਆਪ 'ਚ ਇੱਕ ਇਨਸਾਈਕਲੋਪੀਡੀਆ ਹੈਗੇ ਹੈਗੇ। ਇਹ ਸਨ ਸਾਡੀ ਪੰਜਾਬ ਮਾਂ ਬੋਲੀ ਦੇ ਅਮੋਲ ਰਤਨ ਤੇ ਸੱਚੀ ਗੱਲ ਅਖਬਾਰ ਦੇ ਸਟਾਰ ਰਾਈਟਰ ਦੀਪਕ ਭਾਟੀਆ ਜੀ, ਜੈਲੀਗੇਰਾ ਜੀ। ਸੋ ਨੈਕਸਟ ਟਾਈਮ ਅਸੀਂ ਫਿਰ ਕਿਸੇ ਨਵੇਂ ਰਾਈਟਰ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਿਸੇ ਹੋਰ ਕਵੀ ਨਾਲ ਰੂਬਰੂ ਕਰਾਵਾਂਗੇ ਤੁਹਾਡਾ। ਆਪਣੇ ਇਸ ਚੈਨਲ ਤੇ ਸਾਡੇ ਮੁੱਖ ਸੰਪਾਦਕ ਨਰਿੰਦਰ ਚੌਧਰੀ ਦੇ ਨਾਲ ਮੈਂ ਸੋਮਰਾਜ ਕਲੋਤਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸ਼ੁਕਰੀਆ। ਦੀਪਕ ਸਰ ਜੀ, ਇਹ ਰਚਨਾ ਤਾਂ ਬਹੁਤ ਹੀ ਪਿਆਰੀ ਜੋ ਦਿਲ ਨੂੰ ਛੋਈ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਕੋਈ ਹੋਰ ਇੱਕ ਵਧੀਆ ਜਿਹੜੀ ਕਵਿਤਾ ਜਿਹੜੀ ਸਮਾਜ ਨੂੰ ਕੋਈ ਅੱਛੀ ਸੇਧ ਵੀ ਦਿੰਦੀ ਹੈ ਨਾ, ਉਹ ਵੀ ਸਾਡੇ ਜੀ ਜਿਵੇਂ ਸਾਡੇ ਵੱਡੇ ਭਾਜੀ ਜੈਲੀਗੇਰਾ ਜੀ ਸਾਡੇ ਨਾਲ ਆ, ਤੇ ਇਹ ਵੀ ਬਾਈ ਪ੍ਰੋਫੈਸ਼ਨ ਅਧਿਆਪਕ ਨੇ। ਤੇ ਮੈਂ ਇੱਕ ਕਵਿਤਾ ਲਿਖੀ ਸੀ ਪੰਜਾਬ ਦਾ ਗੀਤ, ਉਹ ਸੰਪੂਰਨ ਦੀਪਕ ਸਰ ਜੀ, ਇਹ ਰਚਨਾ ਤਾਂ ਬਹੁਤ ਹੀ ਪਿਆਰੀ ਜੋ ਦਿਲ ਨੂੰ ਛੋਈ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਕੋਈ ਹੋਰ ਇੱਕ ਵਧੀਆ ਜਿਹੜੀ ਕਵਿਤਾ ਜਿਹੜੀ ਸਮਾਜ ਨੂੰ ਕੋਈ ਅੱਛੀ ਸੇਧ ਵੀ ਦਿੰਦੀ ਹੈ ਨਾ, ਉਹ ਵੀ ਸਾਡੇ ਜਿਵੇਂ ਸਾਡੇ ਵੱਡੇ ਭਾਜੀ ਜੈਲੀਗੇਰਾ ਜੀ ਸਾਡੇ ਨਾਲ ਆ, ਤੇ ਇਹ ਵੀ ਬਾਈ ਪ੍ਰੋਫੈਸ਼ਨ ਅਧਿਆਪਕ ਨੇ। ਤੇ ਮੈਂ ਇੱਕ ਕਵਿਤਾ ਲਿਖੀ ਸੀ ਪੰਜਾਬ ਦਾ ਗੀਤ, ਉਹ ਸੰਪੂਰਨ ਦੀਪਕ ਸਰ ਜੀ, ਇਹ ਰਚਨਾ ਤਾਂ ਬਹੁਤ ਹੀ ਪਿਆਰੀ ਜੋ ਦਿਲ ਨੂੰ ਛੋਈ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਕੋਈ ਹੋਰ ਇੱਕ ਵਧੀਆ ਜਿਹੜੀ ਕਵਿਤਾ ਜਿਹੜੀ ਸਮਾਜ ਨੂੰ ਕੋਈ ਅੱਛੀ ਸੇਧ ਵੀ ਦਿੰਦੀ ਹੈ ਨਾ, ਉਹ ਵੀ ਸਾਡੇ ਜਿਵੇਂ ਸਾਡੇ ਵੱਡੇ ਭਾਜੀ ਜੈਲੀਗੇਰਾ ਜੀ ਸਾਡੇ ਨਾਲ ਆ, ਤੇ ਇਹ ਵੀ ਬਾਈ ਪ੍ਰੋਫੈਸ਼ਨ ਅਧਿਆਪਕ ਨੇ। ਤੇ ਮੈਂ ਇੱਕ ਕਵਿਤਾ ਲਿਖੀ ਸੀ ਪੰਜਾਬ ਦਾ ਗੀਤ, ਉਹ ਸੰਪੂਰਨ ਅਧਿਆਪਕਾਂ ਨੂੰ ਸਮਰਪਿਤ ਸੀਗੀ, ਤੇ ਉਹ ਮੈਂ ਚਾਹੁੰਦਾ ਆ ਕਿ ਮੈਂ ਕੁਝ ਉਹਦੀਆਂ ਸਤਰਾਂ ਤੁਹਾਡੇ ਸਾਹਮਣੇ ਰੱਖਾਂ। ਬਿਲਕੁਲ ਬਿਲਕੁਲ। ਪੰਜਾਬ ਦਾ ਗੀਤ। ਮੈਂ ਅਧਿਆਪਕ ਬੋਲਦਾ, ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਅੰਨੀ ਹੋ ਗਈ ਵਿੱਦਿਆ, ਇੱਥੇ ਗੂੰਗੇ ਬੋਲੇ ਖਾਬ। ਮੈਂ ਅਧਿਆਪਕ ਬੋਲਦਾ। ਸਾਨੂੰ ਐਕਟਾਂ ਦੇ ਵਿੱਚ ਜਕੜਿਆ, ਅਸੀਂ ਕਿਸ ਤੇ ਕਰੀਏ ਮਾਣ। ਸਾਨੂੰ ਐਕਟਾਂ ਦੇ ਵਿੱਚ ਜਕੜਿਆ, ਅਸੀਂ ਕਿਸ ਤੇ ਕਰੀਏ ਮਾਣ। ਪਾਠਕ ਪੜ੍ਹਨਾ ਭੁੱਲ ਗਏ, ਸਾਨੂੰ ਮਾਪੇ ਪੈਂਦੇ ਖਾਣ। ਨਾ ਅੰਗੂਠਾ ਮੰਗਿਆ, ਨਾ ਅੰਗੂਠਾ ਮੰਗਿਆ, ਨਾ ਅਸੀਂ ਮੰਗੀ ਜਾਨ। ਹੱਕ ਜਦੋਂ ਵੀ ਮੰਗੀਏ, ਡਾਂਗਾਂ ਨਾਲ ਪੱਗਾਂ ਢਾਣ। ਲੀਡਰ ਵੋਟਾਂ ਲੈਣ ਲਈ ਵੰਡਦੇ ਖੂਬ ਸ਼ਰਾਬ। ਮੈਂ ਅਧਿਆਪਕ ਬੋਲਦਾ, ਕੰਨ ਖੋਲ ਕੇ ਸੁਣੀ ਪੰਜਾਬ। ਸੋ ਇਸ ਤਰ੍ਹਾਂ ਇਹ ਕਵਿਤਾ ਤੁਰਦੀ ਜਾਂਦੀ ਆ ਅਗੇਰੇ ਨੂੰ, ਤੇ ਮੇਰੇ ਦਿਲ ਦੇ ਬਹੁਤ ਕਰੀਬ ਵੀ ਹੈ ਇਹ ਕਵਿਤਾ। ਤੇ ਜਦੋਂ ਕੋਈ ਅਧਿਆਪਕਾਂ ਦੇ ਵਿੱਚ ਜਾਂ ਕੋਈ ਬਹੁਤ ਕਹਿ ਸਕਦੇ ਹਾਂ ਕਿ ਆਪਾਂ ਬੁੱਧੀਜੀਵੀ ਆ ਜਿੱਥੇ ਬੈਠੇ, ਤੇ ਉੱਥੇ ਜਦੋਂ ਮੈਨੂੰ ਕਿਹਾ ਜਾਂਦਾ ਹੈ ਤੇ ਮੈਂ ਜ਼ਿਆਦਾਤਰ ਇਸੇ ਕਵਿਤਾ ਨੂੰ ਪੜ੍ਹਦਾ ਹੁੰਦਾ ਹਾਂ, ਕਿਉਂਕਿ ਇਹ ਕਵਿਤਾ ਮੇਰੇ ਦਿਲ ਦੇ ਬਹੁਤ ਕਰੀਬ ਆ ਜੀ। ਅੱਛਾ ਦੀਪਕ ਸਰ, ਮੈਨੂੰ ਇੱਕ ਗੱਲ ਦੱਸੋ, ਕਵਿਤਾ ਦਾ ਸਿਲਸਿਲਾ ਤਾਂ ਆਪਣਾ ਚੱਲਦਾ ਰਿਹਾ, ਠੀਕ ਹੈ, ਅਗਲੇ ਤੁਹਾਡਾ ਫਿਊਚਰ ਵਿੱਚ ਕੀ ਪਲਾਨ ਹੈ ਵੀ ਕਿਹੋ ਜਿਹੀ ਕਵਿਤਾਵਾਂ ਇਹ ਸਾਡੇ ਦਰਸ਼ਕਾਂ ਦੇ ਰੂਬਰੂ ਕਰੋਗੇ, ਜਾਂ ਜੋ ਸਾਡੇ ਇਸ ਵੇਲੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਜੋ ਮਤਲਬ ਕਾਲੇ ਕਾਨੂੰਨ ਪਾਸ ਕੀਤੇ ਹੈ ਸੈਂਟਰ ਗੌਰਮੈਂਟ ਨੇ, ਉਹਨਾਂ ਬਾਰੇ ਵੀ ਕੋਈ ਤੁਸੀਂ ਮਤਲਬ ਕਵਿਤਾ ਲਿਖੀ ਹੈ ਜਿਹੜਾ ਸਾਡੇ ਮਤਲਬ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਜੀ ਉਹਨਾਂ ਦੇ ਨਾਲ ਰਿਲੇਟਡ ਕੋਈ ਮੈਟਰ ਤੁਹਾਡੇ ਕੋਲ ਸਲੀਪ ਹੋਵੇ? ਜੀ ਫਿਊਚਰ ਦੇ ਵਿੱਚ ਫਿਊਚਰ ਪਲੈਨਿੰਗ ਨੂੰ ਜਦੋਂ ਮੈਂ ਵੇਖਦਾ ਆ, ਤੇ ਮੇਰੇ ਹਿਸਾਬ ਦੇ ਨਾਲ ਮੈਂ ਕੁਝ ਵੀ ਪਲਾਨ ਕਰਕੇ ਨਹੀਂ ਫਿਲਹਾਲ ਤੇ ਤੁਰਿਆ, ਪਰ ਹਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਕੁਛ ਨਾ ਕੁਛ ਨਵੇਰਾ ਤੇ ਉਸਾਰੂ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਤੇ ਹੋ ਸਕਦਾ ਹੈ ਕਿ ਮੈਂ ਕੋਈ ਅਗਲੇ ਸਾਲ ਦੇ ਤੱਕ ਮੈਂ ਆਪਦੀ ਕੋਈ ਕਿਤਾਬ ਲੈ ਕੇ ਵੀ ਤੁਹਾਡੇ ਸਨਮੁਖ ਹੋਵਾਂ, ਤੇ ਉਹ ਮੇਰੀ ਇੱਕ ਕੋਸ਼ਿਸ਼ ਹੋਏਗੀ। ਸੋ ਇਸ ਦੇ ਨਾਲ ਨਾਲ ਕਵਿਤਾਵਾਂ ਜਿਹੜੀਆਂ ਉਹ ਤੁਰਦੀਆਂ ਰਹਿੰਦੀਆਂ ਆ, ਤੇ ਚੱਲ ਰਹੀਆਂ ਆ ਕਵਿਤਾਵਾਂ, ਤੇ ਬਹੁਤ ਕੁਝ ਲਿਖ ਰਹੇ ਆ ਅਗੇਰੇ ਨੂੰ, ਬਹੁਤ ਕੁਝ ਪੜ੍ਹ ਰਹੇ ਆ। ਵੱਡੀ ਗੱਲ ਹੈ ਕਿ ਅਸੀਂ ਪੜ੍ਹ ਰਹੇ ਹਾਂ, ਤੇ ਕੋਸ਼ਿਸ਼ ਹੈ ਕਿ ਜੇ ਆਪਾਂ ਚੰਗਾ ਪੜ੍ਹਾਂਗੇ ਤੇ ਆਪਾਂ ਚੰਗਾ ਲਿਖਾਂਗੇ। ਸੋ ਇਸ ਦੇ ਨਾਲ ਕਿ ਮੇਰੀ ਫਿਊਚਰ ਦੀ ਮੈਂ ਬਹੁਤ ਵੱਡਾ ਸੋਚ ਕੇ ਨਹੀਂ ਤੁਰਿਆ ਹੋਇਆ ਕਿ ਮੈਂ ਬਹੁਤ ਵੱਡਾ ਜਾਂ ਮੈਂ ਕੁਛ ਇੱਦਾਂ ਦਾ ਨਹੀਂ, ਪਰ ਹਾਂ ਕੁਛ ਇੱਕ ਫਿਲਹਾਲ ਮੈਂ ਕਿਤਾਬ ਦੇ ਉੱਤੇ ਕੰਮ ਕਰ ਰਿਹਾ ਵਾਂ, ਤੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸ਼ਾਇਦ
ਜੇ ਮਾਲਕ ਨੇ ਚਾਹਿਆ, ਵਾਹਿਗੁਰੂ ਜੀ ਨੇ ਚਾਹਿਆ ਤੇ ਤੁਹਾਡੇ ਚੈਨਲ ਦੇ ਥਰੂ ਹੀ ਇਸ ਦੀ ਵੀ ਆਪਾਂ ਗੱਲਬਾਤ ਕਰਾਂਗੇ ਇਸ ਕਿਤਾਬ ਦੇ ਉੱਪਰ ਕਿ ਇਸ ਅੰਦਰ ਕੀ ਮੁੱਦਾ ਹੋਏਗਾ ਜਾਂ ਕਿਹਨਾਂ ਕਵਿਤਾਵਾਂ ਨੂੰ ਰੱਖਿਆ ਜਾਏਗਾ। ਤੇ ਜਿਹੜੀ ਇਸ ਕਿਤਾਬ ਦੇ ਵਿੱਚ ਜਿਹੜੀਆਂ ਹੁਣ ਤੱਕ ਮੈਂ ਵਧੇਰੇ ਕਵਿਤਾਵਾਂ ਲਿਖੀਆਂ ਆ ਉਹ ਕਿਰਸਾਨੀ ਜੀਵਨ ਦੇ ਨਾਲ ਸੰਬੰਧਿਤ ਹੈ। ਉਹ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਵਰਕ ਕਰਨ ਵਾਲੇ ਲੋਕ ਆ ਹੈ ਨਾ, ਜਿਹੜੇ ਮਿਹਨਤਕਸ਼ ਲੋਕ ਆ, ਤੇ ਹਮੇਸ਼ਾ ਮੇਰੀਆਂ ਕਵਿਤਾਵਾਂ ਜਿਹੜੀਆਂ ਆ ਉਹਨਾਂ ਨੂੰ ਸਮਰਪਿਤ ਆ। ਸੋ ਹੁਣ ਤੱਕ ਮੇਰਾ ਜਿਹੜਾ ਸਫ਼ਰ ਆ ਉਹ ਇਸ ਉੱਤੇ ਚੱਲ ਰਿਹਾ ਆ ਜੀ ਸਰ। ਟੀਚਰ ਜੈਲੀ ਗੀਰਾ ਜੀ ਸੁੱਕਾ ਆਪਾਂ ਜਿਨ੍ਹਾਂ ਨੂੰ ਵੀ ਨਹੀਂ ਜਾਣ ਦੇਣਾ, ਉਹਨਾਂ ਤੋਂ ਵੀ ਕੋਈ ਨਾ ਕੋਈ ਕਵਿਤਾ ਸੁਣਨੀ ਆ। ਜੈਲੀ ਭਾਜੀ ਆਪਣੇ ਮਤਲਬ ਅਨਮੋਲ ਰਤਨਾਂ ਵਿੱਚੋਂ ਇੱਕ ਵਧੀਆ ਰਤਨ ਸਾਨੂੰ ਕਰੋ ਪਲੀਜ਼। ਕਲੋਤਰਾ ਭਾਜੀ, ਕਵਿਤਾਵਾਂ ਜਾਂ ਰਚਨਾਵਾਂ ਹਰ ਰਾਈਟਰ ਦੀਆਂ ਬਰਾਬਰ ਹੀ ਆ, ਰਾਈਟਰ ਸਭ ਤੋਂ ਬਰਾਬਰ ਹੀ ਹੁੰਦੀਆਂ। ਹਾਂ, ਇਹ ਹੈ ਕਿ ਕੁਛ ਰਚਨਾਵਾਂ ਜਿਹੜੀਆਂ ਹੈਗੀਆਂ ਬੰਦੇ ਨੂੰ ਥੋੜ੍ਹਾ ਟੱਚ ਕਰ ਜਾਂਦੀਆਂ। ਉਹਨਾਂ 'ਚੋਂ ਇੱਕ ਰਚਨਾ ਜਿਹੜੀ ਮੈਨੂੰ ਸ਼ੁਰੂਆਤੀ ਦੌਰ 'ਚ ਲਿਖੀ ਗਈ ਸੀਗੀ, ਉਹ ਹੈਗੀ ਕਿ ਚੰਗਾ ਹੁੰਦਾ ਹੈ। ਉਹਦਾ ਟਾਈਟਲ ਸੀਗਾ ਚੰਗਾ ਹੁੰਦਾ ਹੈ। ਕਹਿੰਦੇ ਕੁਝ ਵੀ ਨਾ ਕਰਨ ਨਾਲੋਂ ਤਾਂ ਕੁਝ ਨਾ ਕੁਝ ਕਰਨਾ ਚੰਗਾ ਹੁੰਦਾ ਹੈ। ਜ਼ੁਲਮ ਸਹਿਣ ਨਾਲੋਂ ਤਾਂ ਜ਼ੁਲਮ ਦੇ ਖਿਲਾਫ ਲੜਨਾ ਚੰਗਾ ਹੁੰਦਾ ਹੈ। ਜ਼ਰੂਰੀ ਨਹੀਂ ਜ਼ਿੰਦਗੀ ਦੀ ਹਰ ਇੱਕ ਬਾਜੀ ਦਾ ਅਖੀਰ ਜਿੱਤ ਹੀ ਹੋਵੇ। ਜ਼ਰੂਰੀ ਨਹੀਂ ਜ਼ਿੰਦਗੀ ਦੀ ਹਰ ਇੱਕ ਬਾਜੀ ਦਾ ਅਖੀਰ ਜਿੱਤ ਵੀ ਹੋਵੇ। ਪਿਆਰ ਦੀ ਬਾਜੀ ਜਿੱਤਣ ਲਈ ਬਹੁਤੀ ਵਾਰੀ ਹਾਰਨਾ ਵੀ ਚੰਗਾ ਹੁੰਦਾ ਹੈ। ਜ਼ਿੰਦਗੀ ਰੁਕਦੀ ਨਹੀਂ ਕਦੇ ਕਿਸੇ ਦੇ ਤੁਰ ਜਾਣ ਤੋਂ ਬਾਅਦ ਵੀ। ਜ਼ਿੰਦਗੀ ਰੁਕਦੀ ਨਹੀਂ ਕਦੇ ਕਿਸੇ ਦੇ ਤੁਰ ਜਾਣ ਤੋਂ ਬਾਅਦ ਵੀ। ਜ਼ਿੰਦਗੀ ਦੇ ਖਾਲੀਪਣ ਨੂੰ ਯਾਦਾਂ ਰਾਹੀਂ ਭਰਨਾ ਵੀ ਚੰਗਾ ਹੁੰਦਾ ਹੈ। ਹੋਰਾਂ ਦੇ ਕਿਰਦਾਰ ਦੀ ਪੁਣਛਾਣ ਕਰਕੇ ਕੀ ਮਿਲਿਆ ਕਦੇ ਕਿਸੇ ਨੂੰ। ਹੋਰਾਂ ਦੇ ਕਿਰਦਾਰ ਨੂੰ ਛੱਡ ਕੇ ਖੁਦ ਤੇ ਉਂਗਲ ਧਰਨਾ ਚੰਗਾ ਹੁੰਦਾ ਹੈ। ਹੋਰਾਂ ਦੀ ਕਮੀਆਂ ਨੂੰ ਛੱਡ ਕੇ ਖੁਦ ਤੇ ਉਂਗਲ ਧਰਨਾ ਚੰਗਾ ਹੁੰਦਾ ਹੈ। ਸਾਡੇ ਹੱਥ ਜੋੜਿਆਂ ਜਦੋਂ ਕਿਸੇ ਨੂੰ ਗੱਲ ਸਮਝ ਹੀ ਨਾ ਆਵੇ। ਗੱਲ ਸਮਝ ਹੀ ਨਾ ਆਵੇ ਤਾਂ ਕਿਸਾਨੋਂ ਦੀ ਪੁੜਪੜੀ ਤੇ ਧਰਨਾ ਚੰਗਾ ਹੁੰਦਾ ਹੈ। ਕੋਈ ਸ਼ੱਕ ਨਹੀਂ ਕਿ ਕਲਮਾਂ 'ਚ ਅਸੀਮ ਸ਼ਕਤੀ ਹੈ ਸਮਾਜਿਕ ਤਬਦੀਲੀ ਦੀ। ਫਿਰ ਵੀ ਜੇ ਗੱਲ ਨਾ ਬਣੇ ਤਾਂ ਅਖੀਰ ਨੂੰ ਖੰਡਾ ਫੜਨਾ ਚੰਗਾ ਹੁੰਦਾ ਹੈ। ਅਖੌਤੀ ਕਦਰਾਂ ਕੀਮਤਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਨਾਲੋਂ ਮੌਜੂਦਾ ਜ਼ਿੰਦਗੀ ਲਈ ਨਵਾਂ ਫਲਸਫਾ ਘੜਨਾ ਚੰਗਾ ਹੁੰਦਾ ਹੈ। ਵਧੀਕੀਆਂ ਸਮੇਂ ਦੀਆਂ ਹੋਣ ਜਾਂ ਹਾਲਾਤ ਦੀਆਂ ਜਾਂ ਕਿਸੇ ਹੋਰ ਦੀਆਂ। ਕਲੋਤਰਾ ਸਾਹਿਬ, ਵਧੀਕੀਆਂ ਸਮੇਂ ਦੀਆਂ ਹੋਣ, ਹਾਲਾਤ ਦੀਆਂ ਜਾਂ ਕਿਸੇ ਹੋਰ ਦੀਆਂ, ਪਾਣੀ ਸਿਰ ਤੋਂ ਲੰਘ ਜਾਵੇ ਤਾਂ ਅਖੀਰ ਨੂੰ ਤਰਨਾ ਚੰਗਾ ਹੁੰਦਾ ਹੈ। ਲੋਕਾਂ ਪਿੱਛੇ ਲੱਗ ਕੇ ਟੌਰ ਦਿਖਾਵੇ ਕਰਨੇ ਕੋਈ ਸਿਆਣੀ ਗੱਲ ਨਹੀਂ ਹੁੰਦੀ। ਪੈਸਾ ਜਿੰਨਾ ਵੀ ਹੋਵੇ ਕੋਲੇ ਪਰ ਖਰਚਾ ਸੰਜਮ ਨਾਲ ਕਰਨਾ ਚੰਗਾ